हर तरह की मेजर ते माइनर ट्रक एंड ट्रेलर रिपेयर करते हैं। DOT सेफ्टी इंस्पेक्शंस करते हैं। ये हर तरह की ब्रेका के काम तो लेके सस्पेंशन, टायर इंस्टॉलेशन, इलेक्ट्रिक एंड डायग्नोज, रीबिल्ड, ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लिए कॉल करो 204 409 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स की लोड़ है। इन्हां कोल कैलगरी अल्बर्टा तो कैलिफोर्निया ते एरिजोना दे सीधे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube। ਸ਼ਮਾਦਾਨ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸ਼ਮਾਦਾਨ 'ਚ ਮੁੜ ਤੋਂ ਸਵਾਗਤ ਹੈ ਜੀ ਸਰੋਤਿਓ। ਹੁਣ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਪਹਿਲਾ ਦਿਨ 10 ਤਰੀਕ ਦੀ ਉਡੀਕ ਖਤਮ ਹੋ ਗਈ ਸੀ। ਯੂਪੀ, ਉੱਤਰਾਖੰਡ, ਮਣੀਪੁਰ ਤੇ ਗੋਆ 'ਚ ਮੁੜ ਕਮਲ ਖਿੜ ਗਿਆ ਜੀ। ਬਿਲਕੁਲ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਬੜਾ ਤਸੱਲੀ ਵਾਲਾ ਸਮਾਚਾਰ ਹੈ ਜੀ, ਖਬਰ ਹੈ, ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ ਜੀ। ਖਾਸ ਕਰਕੇ ਕਿਸਾਨ ਅੰਦੋਲਨ ਨੂੰ ਮੱਦੇਨਜ਼ਰ ਰੱਖਦਿਆਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦਾ ਬੜਾ ਬੋਲਬਾਲਾ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਉੱਥੇ ਜਿੱਤ ਪ੍ਰਾਪਤ ਨਹੀਂ ਕਰਨੀ। ਸੀਟਾਂ ਤਾਂ ਭਾਵੇਂ ਪਿਛਲੀ ਵਾਰ ਦੇ ਬਰਾਬਰ ਨਹੀਂ ਆਈਆਂ, ਕੁਝ ਘੱਟ ਆਈਆਂ, ਲੇਕਿਨ ਇਹ ਹਕੀਕਤ ਹੈ ਕਿ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਨਸੀਬ ਹੋਈ ਹੈ ਜੀ। ਔਰ ਅਫਸੋਸਨਾਕ ਪਹਿਲੂ ਇਹ ਹੈ ਕਿ ਜਿਸ ਲਖੀਮਪੁਰ ਖੀਰੀ ਦੇ ਵਿੱਚ ਆਸ਼ੀਸ਼ ਮਿਸ਼ਰਾ ਨੇ 4 ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਕਤਲ ਕਰਨ ਦੀ ਹਿਮਾਕਤ ਕੀਤੀ ਸੀ, ਉੱਥੋਂ ਵੀ ਭਾਰਤੀ ਜਨਤਾ ਪਾਰਟੀ ਜਿੱਤ ਪ੍ਰਾਪਤ ਕਰ ਗਈ। ਆਲੇ ਦੁਆਲੇ ਦੇ ਇਲਾਕਿਆਂ 'ਚੋਂ ਵੀ ਕਰ ਗਈ ਜੀ। ਇਹਨੂੰ ਤੇ ਕਾਰਨ ਜੇ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਮੇਰਾ ਪਹਿਲੇ ਦਿਨੋਂ ਹੀ ਮੱਥਾ ਠਣਕਿਆ ਸੀ ਜਦੋਂ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਸੀ ਜੀ। ਉਹ ਜ਼ਮਾਨਤ ਕਿਵੇਂ ਮਿਲੀ? ਇਹ ਇੱਕ ਮਤਲਬ ਪ੍ਰਿਵਿਲੇਜ ਹੁੰਦਾ ਜੱਜ ਸਾਹਿਬ ਦਾ, ਉਹ ਜ਼ਮਾਨਤ ਦੇ ਸਕਦੇ ਹੈ। ਇਲਾਹਾਬਾਦ ਹਾਈ ਕੋਰਟ ਦੇ ਬੈਂਚ ਨੇ ਕਿਹਨੇ ਦਿੱਤੀ ਸੀ, ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ
ਪੀੜਤ ਪਰਿਵਾਰਾਂ ਨੇ। ਔਰ ਇਹਦੇ ਦਾ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਹੈ। ਜਦੋਂ ਫੈਸਲਾ ਸੁਪਰੀਮ ਕੋਰਟ ਦਾ ਆਊਗਾ ਫਿਰ ਆਪਾਂ ਗੁਣ ਦੋਸ਼ ਦੇ ਆਧਾਰ 'ਤੇ ਗੱਲ ਕਰਾਂਗੇ। ਅਦਾਲਤ ਵੱਲੋਂ ਜਿਹੜਾ ਫੈਸਲਾ ਕੀਤਾ ਹੋਵੇ ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਜੀ। ਆਲੋਚਨਾ ਕਰ ਸਕਦੇ ਹਾਂ ਜੇ ਉਹਦੇ ਵਿੱਚ ਕੋਈ ਉੱਪਰਲੀ ਅਦਾਲਤ ਕੁਛ ਕਹਿ ਦੇਵੇ ਤਾਂ। ਚਲੋ ਹੁਣ ਉਹਦਾ ਕਾਰਨ ਕੀ ਹੈ? ਕਾਰਨ ਉਹਦਾ ਇਹ ਹੈ ਕਿ ਆਸ਼ੀਸ਼ ਮਿਸ਼ਰਾ ਉਹ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਹੈ ਜੀ। ਯੂਪੀ ਦੇ ਵਿੱਚ ਜਾਤ ਪਾਤ ਬਹੁਤ ਵੱਡੇ ਪੱਧਰ 'ਤੇ ਫੈਲੀ ਹੋਈ ਹੈ। ਬ੍ਰਾਹਮਣ ਭਾਈਚਾਰਾ ਯੋਗੀ ਆਦਿੱਤਿਆਨਾਥ ਦੀ ਸਰਕਾਰ ਤੋਂ ਬਹੁਤ ਖਫਾ ਸੀ ਜੀ। ਉਹਨਾਂ ਦਾ ਇਲਜ਼ਾਮ ਇਹ ਸੀ ਕਿ ਯੂਪੀ ਦੇ ਵਿੱਚ ਜਿਹੜੇ ਥਾਣਿਆਂ 'ਚ SHO ਲਾਏ ਹੋਏ ਹੈ ਉਹ ਜ਼ਿਆਦਾਤਰ ਜਿਹੜੇ ਹੈਗੇ ਆ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਨਹੀਂ ਹੈਗੇ, ਸਗੋਂ ਠਾਕਰ ਭਾਈਚਾਰੇ ਨਾਲ ਸੰਬੰਧਿਤ ਹੈ। ਇਕੱਲਾ ਬ੍ਰਾਹਮਣ ਕੀ ਦੂਜੇ ਭਾਈਚਾਰੇ ਵੀ, ਬੈਕਵਰਡ ਕਲਾਸਿਸ ਆ ਗਏ, ਮੁਸਲਮਾਨ ਆ ਗਏ, ਮਾਈਨੋਰਿਟੀ ਵਾਲੇ ਸਿੱਖ ਆ ਗਏ, ਉਹਨਾਂ ਨੂੰ ਨਹੀਂ, ਸਗੋਂ ਠਾਕਰ ਜਿਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ ਯੋਗੀ ਆਦਿੱਤਿਆਨਾਥ ਰਾਜਪੂਤ ਕਹਿ ਲਈਏ ਆਪਾਂ, ਉਹਦੇ ਨਾਲ ਸੰਬੰਧਿਤ ਹੈ। ਔਰ ਸਾਡੇ ਨਾਲ ਜਿਹੜੀ ਜ਼ਿਆਦਤੀ ਹੁੰਦੀ ਹੈ, ਹੁਣ ਜੇ ਆਪਾਂ ਦੇਖੀਏ ਠਾਕਰ ਰਾਜਪੂਤ ਆ ਜਿਹੜੇ, ਇਹ ਵੀ ਅਪਰ ਕਾਸਟ ਦੇ ਵਿੱਚ ਆਉਂਦੇ ਆ, ਬ੍ਰਾਹਮਣ ਵੀ ਅਪਰ ਕਾਸਟ ਦੇ ਵਿੱਚ ਆਉਂਦੇ, ਲੇਕਿਨ ਉੱਥੇ ਜਿਹੜੀ ਭਾਈਚਾਰਿਆਂ ਦੀ ਆਪਸੀ ਰੰਜਿਸ਼ ਹੈ, ਉਸ ਰੰਜਿਸ਼ ਦੇ ਚੱਲਦਿਆਂ ਜਿਹੜਾ ਲੱਗ ਗਿਆ, ਜਿਹੜਾ ਮੁੱਖ ਮੰਤਰੀ ਹੈ ਉਹਦੇ ਹੀ ਭਾਈਚਾਰੇ ਦੇ ਬੰਦੇ ਹੋਣਗੇ ਥਾਣੇ ਦੇ ਵਿੱਚ ਲੱਗੇ ਵੀ ਜੀ। ਇਹ ਗੱਲ ਇਕੱਲੀ ਯੋਗੀ ਆਦਿੱਤਿਆਨਾਥ 'ਤੇ ਲਾਗੂ ਨਹੀਂ ਹੁੰਦੀ। ਜਦੋਂ ਮੁਲਾਇਮ ਸਿੰਘ ਯਾਦਵ ਜਾਂ ਅਖਿਲੇਸ਼ ਸਿੰਘ ਯਾਦਵ ਉੱਥੇ ਮੁੱਖ ਮੰਤਰੀ ਹੁੰਦੇ ਸੀ, ਉਦੋਂ ਯਾਦਵ ਭਾਈਚਾਰੇ ਦੇ SHO ਵਗੈਰਾ ਲੱਗਦੇ ਹੁੰਦੇ ਸੀ ਜੀ। ਔਰ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਤਾਂ ਜਦੋਂ ਬੀਬੀ ਮਾਇਆਵਤੀ ਚੀਫ ਮਿਨਿਸਟਰ ਹੁੰਦੀ ਸੀ ਉਦੋਂ ਉਹਨਾਂ ਦੇ ਲੱਗਦੇ ਹੁੰਦੇ ਸੀ ਜੀ। ਫਿਰ ਤੁਹਾਡੇ ਯਾਦ ਹੋਣਾ ਇੱਕ ਵਿਕਾਸ ਦੁਬੇ ਨਾਂ ਦਾ ਬੰਦਾ ਸੀ ਜਿਹਨੇ ਕਈ ਪੁਲਿਸ ਵਾਲਿਆਂ ਨੂੰ ਆਪਣੇ ਘਰ ਦੇ ਵਿੱਚ ਜਦੋਂ ਆਏ ਸੀ ਰੇਡ ਮਾਰਨ ਵਾਸਤੇ, ਕਾਫੀ ਸਾਰਾ ਉਹਨੂੰ ਪਹਿਲਾਂ ਉਹਨੇ ਪ੍ਰਬੰਧ ਕੀਤਾ ਹੋਇਆ ਸੀ ਕਿਉਂਕਿ ਉਹਨੂੰ ਖੁਫੀਆ ਜਾਣਕਾਰੀ ਮਿਲ ਗਈ ਸੀ ਕਿ ਉਹਨੇ ਆਉਣਾ ਹੈ। ਪੁਲਿਸ ਵਾਲਿਆਂ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਘੇਰ ਕੇ ਫੜ ਕੇ ਤੇ ਉਹਨਾਂ ਨੂੰ ਕਤਲ ਕਰਤਾ ਸੀ ਜੀ। ਔਰ ਉਹ ਬੰਦਾ ਉੱਥੋਂ ਭੱਜ ਕੇ ਚਲਾ ਗਿਆ ਸੀ ਮੱਧ ਪ੍ਰਦੇਸ਼ ਦੇ ਇੱਕ ਮੰਦਿਰ 'ਚ, ਤੇ ਉਸ ਮੰਦਿਰ ਦੇ ਵਿੱਚ ਜਾ ਕੇ ਉਹਨੇ ਆਤਮ ਸਮਰਪਣ ਕੀਤਾ ਸੀ ਮੀਡੀਆ ਦੀ ਹਾਜ਼ਰੀ ਦੇ ਵਿੱਚ। ਜਦੋਂ ਉਹਨੂੰ ਵਾਪਸ ਲੈ ਕੇ ਆ ਰਹੇ ਸੀ, ਭਾਵੇਂ ਮੀਡੀਆ ਵਾਲੇ ਦੇ ਮਗਰ ਲੱਗੇ ਹੋਏ ਸੀ, ਲੇਕਿਨ ਕਾਨਪੁਰ ਦੇ ਕੋਲੇ ਆ ਕੇ ਜਿੱਥੇ ਇੱਕ ਲੱਗਿਆ ਹੋਇਆ ਸੀ ਬੈਰੀਕੇਡ, ਜਿਹੜਾ ਉਹਨੂੰ ਆਪਾਂ ਟੋਲ ਪਲਾਜ਼ੇ ਦਾ ਬੈਰੀਕੇਡ ਕਹਿੰਦੇ ਆ, ਉਹ ਬੰਦ ਕਰਵਾਤਾ ਸੀ ਬੈਰੀਕੇਡ, ਉਹਦੀ ਗੱਡੀ ਟਪਾ ਕੇ ਇੱਕਦਮ, ਤੇ ਮੀਡੀਆ ਦੀਆਂ ਗੱਡੀਆਂ ਪਿਛਾਂਹ ਰਹਿ ਗਈਆਂ। ਫਿਰ ਕਹਿ ਦਿੱਤਾ ਸੀਗਾ ਜੀ ਉਹ ਭੱਜਣ ਦੀ ਕੋਸ਼ਿਸ਼ ਕਰਦਾ ਸੀ, ਇਨਕਾਊਂਟਰ ਦੇ ਵਿੱਚ ਮਾਰਿਆ ਗਿਆ। ਉਹਦੇ ਨਾਲ ਵੀ ਬ੍ਰਾਹਮਣ ਸਮਾਜ ਕਾਫੀ ਖਫਾ ਹੋਇਆ ਸੀ। ਉਦੋਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਯੋਗੀ ਆਦਿੱਤਿਆਨਾਥ ਦੇ ਖਿਲਾਫ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ। ਸੋ ਆਸ਼ੀਸ਼ ਮਿਸ਼ਰਾ ਨੂੰ ਜਿਹੜੀ ਬੇਲ ਮਿਲੀ ਹੈ, ਉਸ ਬੇਲ ਮਿਲਣ ਦਾ ਨਤੀਜਾ ਇਹ ਹੋ ਗਿਆ ਕਿ ਕਿਸੇ ਹੱਦ ਤੱਕ ਬ੍ਰਾਹਮਣ ਭਾਈਚਾਰਾ ਜਿਹੜਾ ਸੰਤੁਸ਼ਟ ਹੋਇਆ, ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤ ਹੋਇਆ। ਕੁਛ ਲੀਡਰਾਂ ਨੇ ਵੀ ਗੱਲ ਕੀਤੀ ਹੋਣੀ, RSS ਵਾਲੇ ਨੇ ਕੀਤੀ ਹੋਣੀ ਹੈ। ਔਰ ਉੱਥੇ ਵੀ ਯੂਪੀ ਦੇ ਉਸ ਇਲਾਕੇ ਦੇ ਵਿੱਚ ਵੀ ਉਹ ਸਰਕਾਰ ਬਣਾ ਗਏ। ਸਰਕਾਰ ਇਕੱਲੀ ਉੱਥੇ ਨਹੀਂ ਬਣਾਈ, ਉੱਤਰਾਖੰਡ ਦੇ ਵਿੱਚ ਬਣਾ ਗਏ। ਅਤੇ ਉੱਤਰਾਖੰਡ ਦੀ ਤਾਂ ਇੱਕ ਬੜੀ ਅਜੀਬ ਸਥਿਤੀ ਹੈ, ਬਹੁਮਤ ਜਿੱਥੇ ਲੈ ਗਏ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਹਰੀਸ਼ ਰਾਵਤ ਜੀ, ਜਿਹਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬੇੜਾ ਡੋਬਣ ਦੇ ਵਿੱਚ ਪੂਰਾ ਨੁਮਾਇਆ ਯੋਗਦਾਨ ਪਾਇਆ ਜੀ, ਜਦੋਂ ਉਹਨੂੰ ਲਾਇਆ ਸੀਗਾ ਪੰਜਾਬ ਦਾ ਇੰਚਾਰਜ, ਉਹ ਇੰਚਾਰਜ ਕਰਨ ਦੀ ਬਜਾਏ ਜਿਹੜੀ ਕਾਂਗਰਸ ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਸੀ ਉਹਦੇ ਵਿੱਚ ਇਨਵੋਲਵ ਹੋ ਗਿਆ। ਅਤੇ ਇਨਵੋਲਵ ਹੋਣ ਦਾ ਕਾਰਨ ਜਿਹੜਾ ਸਿਆਸੀ ਪੰਡਤ ਦੱਸਦੇ ਆ ਇਹ ਸੀ ਕਿ ਉੱਤਰਾਖੰਡ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਫੰਡ ਦੀ ਲੋੜ ਸੀ ਜੀ, ਔਰ ਉਹ ਫੰਡ ਇੱਥੋਂ ਇਕੱਤਰ ਕਰਕੇ ਲਿਜਾਂਦਾ ਹੁੰਦਾ ਸੀ। ਕਦੇ ਕੈਪਟਨ ਅਮਰਿੰਦਰ ਸਿੰਘ ਦੇ ਦਿੰਦਾ ਸੀ ਅਤੇ ਕਦੇ ਦੂਜੇ ਧੜੇ ਵਾਲੇ ਦੇ ਦਿੰਦੇ ਸੀ। ਹੈਲੀਕਾਪਟਰ 'ਤੇ ਆਉਂਦਾ ਸੀ, ਹੈਲੀਕਾਪਟਰ 'ਤੇ ਜਾਂਦਾ ਸੀ। ਲੱਗਦਾ ਇਹ ਸੀਗਾ ਕਿ ਉਹ ਸਰਕਾਰ ਬਣਾ ਲਓ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਜੂ। ਲੇਕਿਨ ਚੀਫ ਮਿਨਿਸਟਰ ਦਾ ਦਾਅਵੇਦਾਰ ਜਿਹੜਾ ਸੀ ਹਰੀਸ਼ ਰਾਵਤ, ਉਹ ਵੀ ਹਾਰ ਗਿਆ ਜੀ। ਉੱਥੇ ਵੀ ਕਾਂਗਰਸ ਪਾਰਟੀ ਗਈ। ਇੱਦਾਂ ਹੀ ਜੇ ਆਪਾਂ ਮਣੀਪੁਰ ਦੇ ਵਿੱਚ ਦੇਖੀਏ, ਕਾਂਗਰਸ ਪਾਰਟੀ ਮਣੀਪੁਰ 'ਚ ਪਹਿਲਾਂ ਹੀ ਕਮਜ਼ੋਰ ਸੀ ਜੀ, ਔਰ ਹੁਣ ਇਹ ਭਾਰਤੀ ਜਨਤਾ ਪਾਰਟੀ ਉੱਥੇ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਹੈ। ਮਤਲਬ ਬਣ ਜਾਣੀ ਹੈ ਉਹਦੀ, ਅਜੇ ਤੱਕ ਸਹੁੰ ਵਗੈਰਾ ਚੁੱਕਣੀ ਹੈ ਜੀ। ਅਤੇ ਗੋਆ ਦੇ ਵਿੱਚ ਪਿਛਲੀ ਵਾਰੀ ਕਾਂਗਰਸ ਪਾਰਟੀ ਦੇ ਕੋਲ 17 MLA ਸੀ, ਭਾਰਤੀ ਜਨਤਾ ਪਾਰਟੀ ਕੋਲ 13 MLA ਸੀ ਜੀ। ਇਹਦੇ ਬਾਵਜੂਦ ਕਾਂਗਰਸ ਪਾਰਟੀ ਆਪਣੇ ਖੇਮੇ ਨੂੰ ਇਕਮੁੱਠ ਨਹੀਂ ਰੱਖ ਸਕੀ, ਔਰ ਕਾਂਗਰਸ ਪਾਰਟੀ ਦੀ ਇਸ ਅਸਫਲਤਾ ਦੀ ਵਜ੍ਹਾ ਕਾਰਨ ਭਾਰਤੀ ਜਨਤਾ ਪਾਰਟੀ ਨੇ ਕਈ ਸਾਰੇ MLAs ਤੋਂ ਡਿਫੈਕਸ਼ਨ ਕਰਵਾ ਲਈ ਸੀ, ਆਪਣੇ 'ਚ ਮਿਲਾ ਲਿਆ ਸੀ ਜਾਂ ਹਮਾਇਤ ਕਰਵਾ ਲਈ ਸੀ, ਔਰ ਉਹ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ। ਉਦੋਂ ਐਤਕੀ ਇਉਂ ਲੱਗਦਾ ਸੀਗਾ ਕਿ ਉਹਦਾ ਵੀ ਬਦਲਾ ਲਿਆ ਜਾਊਗਾ ਔਰ ਇਹਨਾਂ ਦੀ ਸਰਕਾਰ ਨਹੀਂ ਬਣਨੀ। ਕਾਂਗਰਸ ਪਾਰਟੀ ਮੁਸਤੈਦ ਵੀ ਹੋਊਗੀ ਅਤੇ ਮੁਸਤੈਦ ਸੀ ਵੀ। ਉਹਨਾਂ ਨੇ ਬੜੇ ਜਿਹੜੇ ਹੈ ਉਹਨਾਂ ਦੇ ਕਾਬਲ ਬੰਦੇ, ਉਹਨਾਂ ਦੀਆਂ ਡਿਊਟੀਆਂ ਲਾਤੀਆਂ ਸੀ ਕਿ ਇਹਨਾਂ ਸਾਰਿਆਂ ਨੂੰ ਸੰਭਾਲ ਕੇ ਰੱਖੋ, ਖਾਸ ਕਰਕੇ ਪੀ ਚਿਦੰਬਰਮ ਵਰਗੇ ਬੰਦੇ ਨੂੰ। ਪਰ ਉੱਥੇ ਵੀ ਜਿਹੜਾ ਹੈਗਾ ਕਮਲ ਖਿੜ ਗਿਆ। ਕਮਲ ਖਿੜਿਆ ਕਿਉਂ? ਇਹਦਾ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਤੋਂ ਇੱਕ ਗਲਤੀ ਹੋਈ ਇਹਨਾਂ ਦੀ ਹਾਈ ਕਮਾਂਡ ਤੋਂ ਕਿ ਜਿਹੜੀਆਂ ਹਮ ਖਿਆਲ ਪਾਰਟੀਆਂ
ਜੀ ਜੇ ਹਮ ਖਿਆਲ ਪਾਰਟੀਆਂ ਦੇ ਨਾਲ ਪਹਿਲਾਂ ਕੋਈ ਅੰਡਰਸਟੈਂਡਿੰਗ ਬਣ ਜਾਂਦੀ ਤਾਂ ਮੇਰਾ ਖਿਆਲ ਹੈ ਵੀ ਇਕੱਠੇ ਹੋ ਕੇ ਚੋਣਾਂ ਲੜਦੇ ਸਾਰੇ ਜਣੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਹਰਾ ਸਕਦੇ ਸੀ। ਬਾਅਦ ਵਿੱਚ ਜਦੋਂ ਇਲੈਕਸ਼ਨ ਹੋ ਗਈ ਔਰ ਰਿਜ਼ਲਟ ਨਿਕਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਸੀ ਕਿ ਜੇ ਕੱਲ੍ਹ ਨੂੰ ਲੋੜ ਪਈ ਤਾਂ ਅਸੀਂ ਰਲ ਕੇ ਸਰਕਾਰ ਬਣਾ ਸਕਦੇ, ਇਹਨਾਂ ਦੇ ਨਾਲ ਮਦਦ ਲੈ ਸਕਾਂਗੇ। ਜੀ ਜੇ ਤੁਸੀਂ ਉਸ ਵੇਲੇ ਸੋਚਦੇ ਹੋ ਆਫਟਰ ਇਲੈਕਸ਼ਨ ਤਾਂ ਫਿਰ ਪ੍ਰੀ ਪੋਲ ਕਿਉਂ ਨਹੀਂ ਸੋਚ ਸਕਦੇ? ਪੋਸਟ ਪੋਲ ਦੀ ਬਜਾਏ ਪ੍ਰੀ ਪੋਲ ਵੀ ਇਹ ਗੱਲ ਕੀਤੀ ਜਾ ਸਕਦੀ ਸੀ। ਜੀ ਹੁਣ ਉੱਥੇ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਔਰ ਦੂਜੇ ਪਾਸੇ TMC ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਦੀ, ਇਹ ਦੋਨੇ ਪਾਰਟੀਆਂ ਨੇ ਉੱਥੇ ਆਪਸੀ ਗੱਠਜੋੜ ਕਰਕੇ ਚੋਣਾਂ ਲੜੀਆਂ ਔਰ ਉਹ ਇੰਨੀਆਂ ਕੁ ਵੋਟਾਂ ਲੈ ਗਏ ਜਿਹਦੇ ਨਾਲ ਵਿਰੋਧੀ ਧਿਰ ਦੀ ਵੋਟ ਵੰਡੀ ਗਈ। ਜੀ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉੱਥੇ ਡਾਊਨ ਹੋ ਗਈ, ਇਹ ਦੋਨੇ ਪਾਰਟੀਆਂ ਵੀ ਡਾਊਨ ਹੋ ਗਈਆਂ ਔਰ ਭਾਰਤੀ ਜਨਤਾ ਪਾਰਟੀ ਉੱਥੇ ਬਹੁਮਤ ਲੈਣ ਵਿੱਚ ਕਾਮਯਾਬ ਹੋ ਗਈ। ਹੁਣ ਉਹ ਸਰਕਾਰ ਉੱਥੇ ਬਣਾ ਰਹੀ ਹੈ। ਸੋ 5 ਸਟੇਟਾਂ ਦੀਆਂ ਚੋਣਾਂ ਹੋਈਆਂ, 4 ਸਟੇਟਾਂ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਜੇ ਸਫਲ ਹੁੰਦੀ ਹੈ ਸਰਕਾਰਾਂ ਬਣਾਉਣ ਦੇ ਵਿੱਚ ਤਾਂ ਤੁਸੀਂ ਦੇਖੋ ਫਿਰ 2024 ਦੇ ਵਿੱਚ ਜੀ ਜਦੋਂ ਚੋਣਾਂ ਹੋਣਗੀਆਂ ਉਦੋਂ ਇਹਦਾ ਖਮਿਆਜਾ ਜਿਹੜਾ ਹੈਗਾ ਵਿਰੋਧੀ ਧਿਰ ਨੂੰ ਭੁਗਤਣਾ ਪੈਣਾ ਹੈ। ਉਦੋਂ ਤੱਕ ਉਹ ਹੋਰ ਕੰਸੋਲੀਡੇਟ ਕਰਨਗੇ। ਕੱਲ੍ਹ ਵੀ ਪ੍ਰਧਾਨ ਮੰਤਰੀ ਨੇ ਜਦੋਂ BJP ਦੇ ਹੈੱਡ ਆਫਿਸ ਦੇ ਵਿੱਚੋਂ ਸੰਬੋਧਨ ਕੀਤਾ ਆਪਣੇ ਕਾਂਗਰਸੀ ਵਰਕਰਾਂ ਨੂੰ, ਤੇ ਪੰਜਾਬ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਹੈ ਜੀ ਕਿ ਉਲਟ ਹਾਲਤਾਂ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਸਾਡੇ ਸਾਥੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਮੈਂ ਉਹਨਾਂ ਦੀ ਜਿਹੜੀ ਹੈਗੀ ਹੈ ਹਿੰਮਤ, ਉਹਨਾਂ ਦੇ ਹੌਸਲੇ ਦੀ ਸ਼ਲਾਘਾ ਕਰਦਾ। ਅਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਅਸੀਂ 2024 ਦੇ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਅਤੇ ਪੰਜਾਬ ਵੀ ਉਹਨਾਂ ਦੇ ਵਿੱਚ ਇੱਕ ਹੈ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ 2024 ਦੀਆਂ ਤਿਆਰੀਆਂ 'ਚ ਹੁਣੇ ਪੈ ਗਈ ਹੈ। ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਕਾਂਗਰਸ ਪਾਰਟੀ ਨੇ ਜਮਾਂ ਹੀ ਬੇੜਾ ਗਰਕ ਕੀਤਾ ਹੋਇਆ ਹੈ। ਜੀ ਹਾਈ ਕਮਾਂਡ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਰ ਕੀ ਰਹੇ ਹਾਂ। ਹੁਣ ਪ੍ਰਿੰਕਾ ਗਾਂਧੀ ਨੂੰ ਲਾਤਾ ਤੁਸੀਂ ਦੇਖੋ ਉੱਥੇ ਇੰਚਾਰਜ। ਪ੍ਰਿੰਕਾ ਗਾਂਧੀ ਨੇ ਬੜੀ ਭੱਜ ਨੱਠ ਕੀਤੀ, ਹਿੰਮਤ ਕੀਤੀ, ਐਂ ਲੱਗਦਾ ਸੀ ਜੀ ਉੱਥੇ ਸਰਕਾਰ ਬਣਾਉਣ 'ਚ ਤਾਂ ਭਾਵੇਂ ਕਾਮਯਾਬ ਨਾ ਹੋਵੇ, ਚੰਗੀਆਂ ਜਿਹੜੀਆਂ ਸਨਮਾਨਯੋਗ ਸੀਟਾਂ ਲੈ ਜਾਣਗੀਆਂ। ਪਿਛਲੀ ਵਾਰੀ ਮੇਰਾ ਖਿਆਲ ਹੈ ਕਾਂਗਰਸ ਪਾਰਟੀ ਦੀਆਂ 7 ਸੀਟਾਂ ਸੀ ਅਤੇ ਐਤਕੀ 5 ਘੱਟ ਕੇ ਰਹਿ ਗਈਆਂ 2। ਜੀ ਔਰ ਹਾਲਾਤ ਹੁਣ ਇਹ ਕਿ ਲੋਕ ਚੁਟਕਲੇ ਸੁਣਾਉਣ ਲੱਗ ਗਏ ਕਿ ਜਿੱਥੇ ਜਿੱਥੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਜਾਂਦੇ ਹੈ ਉੱਥੇ ਤਾਂ ਜਿੱਤਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਆਹ ਮੂਸੇਵਾਲਾ ਸਿੱਧੂ ਹੈ ਜਿਹੜਾ, ਜੀ ਇਹਨੂੰ ਜਦੋਂ ਕਾਂਗਰਸ ਪਾਰਟੀ 'ਚ ਜੁਆਇਨ ਕਰਵਾਇਆ ਅਤੇ ਮੇਰੇ ਯਾਦ ਆ ਉਦੋਂ ਚੰਗੀ ਤਰ੍ਹਾਂ ਇੱਕ ਪੱਤਰਕਾਰ ਨੇ ਚੰਡੀਗੜ੍ਹ ਇਹ ਸਵਾਲ ਪੁੱਛ ਲਿਆ ਸੀ, ਕਹਿੰਦੇ ਜੀ ਜਿਹੜਾ ਬੰਦਾ ਗਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਉਹਨੂੰ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਕਿਹੋ ਜਿਹਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਲੋਕਾਂ ਨੂੰ ਕਿਹੋ ਜਿਹਾ ਕਲਚਰ ਦੇਣਾ ਚਾਹੁੰਦੀ ਹੈ? ਕੀ ਗਨ ਕਲਚਰ ਹੀ ਅਸੀਂ ਪ੍ਰੋਵਾਈਡ ਕਰਾਂਗੇ? ਤਾਂ ਇੱਕ ਆਗੂ ਨੇ, ਰਾਜਾ ਵੜਿੰਗ ਨਹੀਂ ਕਹਿੰਦਾ ਸੀ, ਕਹਿੰਦਾ ਜੀ ਇਹਦੇ ਫੋਲੋਅਰ ਬਹੁਤ ਹੈ, ਲੱਖਾਂ ਦੀ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹਦੇ ਨਾਲ ਫੋਲੋਅਰਸ ਹੈ। ਹੁਣ ਉਹਨਾਂ ਫੋਲੋਅਰਸ ਨੂੰ ਮੁੱਖ ਰੱਖਦਿਆਂ ਹੋਇਆ ਸੀ ਤਾਂ ਇਹ ਸੋਚਿਆ ਇਹਨਾਂ ਨੇ ਕਿ ਇਸ ਮੁੰਡੇ ਨੂੰ ਇਸਤੇਮਾਲ ਕਰਾਂਗੇ, ਹੋਰਾਂ ਸੀਟਾਂ 'ਚ ਵੀ ਲੈ ਕੇ ਜਾਵਾਂਗੇ ਅਤੇ ਆਪਾਂ ਆਪਣੀ ਸਰਕਾਰ ਬਣਾਵਾਂਗੇ। ਚੰਨੀ ਸਾਹਿਬ ਤਾਂ ਹੈਗੇ ਹੈ ਜਿਹੜੇ ਦਲਿਤ ਭਾਈਚਾਰੇ 'ਚੋਂ ਆਉਂਦੇ ਆ, ਲੇਕਿਨ ਲੋਕਾਂ ਨੇ ਜਿਹੜਾ ਹੈਗਾ ਕਾਸਟਿਜ਼ਮ ਵੀ ਠੁਕਰਾਤੀ ਔਰ ਜਿਹੜਾ ਹੈ ਇਸ ਤਰ੍ਹਾਂ ਦਾ ਵੀ ਇਹ ਤਾਂ ਜੀ ਫੈਨ ਫੋਲੋਇੰਗ ਬਹੁਤ ਹੈ ਇਹਦੀ, ਉਹਨੂੰ ਵੀ ਠੁਕਰਾਤਾ। ਅਤੇ ਨਤੀਜਾ ਕੀ ਹੋਇਆ ਕਿ ਮਾਨਸਾ ਦੇ ਵਿੱਚ ਮੈਨੂੰ ਕੱਲ੍ਹ ਮੇਰੀ ਕਿਸੇ ਨਾਲ ਗੱਲ ਹੋਈ ਕਿਸੇ ਕਾਂਗਰਸ ਦੇ ਲੀਡਰ ਨਾਲ, ਉਹ ਕਹਿੰਦਾ ਮੈਂ ਸਿੱਧੂ ਮੂਸੇਵਾਲੇ ਨੂੰ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਰੈਲੀ ਨਾ ਕਰਵਾ, ਕਿਵੇਂ ਨਾ ਕਿਵੇਂ ਤੂੰ ਆਪਦਾ ਖਹਿੜਾ ਛੜਾਲਾ ਰਹਿਣ ਦੇ, ਕਿਤੇ ਹੋਰ ਭੇਜ ਦਿਓ। ਜੇ ਉਹ ਆ ਗਿਆ ਤਾਂ ਆਪਾਂ ਜਿੱਤਣਾ ਨਹੀਂ, ਜੇ ਉਹ ਉੱਥੇ ਆ ਗਏ ਤਾਂ ਤੁਹਾਨੂੰ ਪਤਾ ਵੀ ਕਿੱਡੇ ਫਰਕ ਨਾਲ ਉੱਥੇ ਉਹ ਜਿਹੜਾ ਹੈਗਾ ਹਾਰਦਾ ਹੈ ਸਿੱਧੂ ਮੂਸੇਵਾਲਾ। ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਇਹਦੀ ਲੀਡਰਸ਼ਿਪ ਦੇ ਵਿੱਚ ਜਿਹੜੀ ਯੋਗਤਾ ਚਾਹੀਦੀ ਹੈ, ਯੋਗਤਾ ਹੈ ਨਹੀਂ। ਜਿਹੜੀ ਇਹਨਾਂ ਦੇ ਵਿੱਚ ਇੰਟਲੈਕਟ ਚਾਹੀਦਾ, ਇਹਨਾਂ 'ਚ ਉਹ ਇੰਟਲੈਕਟ ਵੀ ਹੈ ਨਹੀਂ। ਚੋਣਾਂ ਤੋਂ ਪਹਿਲਾਂ ਕੀ ਕਰਨਾ, ਚੋਣਾਂ ਤੋਂ ਪਿੱਛੋਂ ਕੀ ਕਰਨਾ, ਜਿਹੜੀਆਂ ਚੀਜ਼ਾਂ ਇਹ ਦੇਖਣ ਵਾਲੀਆਂ ਹੁੰਦੀਆਂ ਉਹ ਹੈ ਨਹੀਂ। ਪੰਜਾਬ ਦੇ ਵਿੱਚ ਵੀ ਜੇ ਆਪਾਂ ਦੇਖੀਏ ਕਾਂਗਰਸ ਪਾਰਟੀ ਨੇ ਆਪਣਾ ਬੇੜਾ ਇਉਂ ਹੀ ਗਰਕ ਕੀਤਾ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦਾ ਵੇਲਾ ਸੀ ਉਦੋਂ ਹਟਾਇਆ ਨਹੀਂ 2019 ਦੀਆਂ ਚੋਣਾਂ ਤੋਂ ਤੁਰੰਤ ਬਾਅਦ, ਅਤੇ ਜਦੋਂ ਮਹੀਨੇ 3 ਰਹਿ ਗਏ ਉਦੋਂ ਕਹਿੰਦੇ ਜੀ ਹਟਾਤਾ। ਹਟਾਉਣ ਤੋਂ ਬਾਅਦ ਤੇ ਫਿਰ ਜੋ ਕੁੱਕੜ ਖੇਡ ਆਈ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਨੇ, ਉਹਦੇ ਸਬੂਤ ਆਪਣੇ ਸਾਹਮਣੇ ਆਈ ਜਾਂਦੇ ਕਿ ਕਦੇ ਕੋਈ ਬੋਲ ਪੈਂਦਾ, ਕਦੇ ਕੋਈ ਬੋਲ ਪੈਂਦਾ। ਅੱਜ ਕਹਿੰਦੇ ਸੁੱਖੀ ਰੰਧਾਵੇ ਦਾ ਵੀ ਇੱਕ ਬਿਆਨ ਲੱਗਿਆ ਵਾ, ਉਹ ਕਹਿੰਦਾ ਯਾਰ ਸਾਡੀ ਤਾਂ ਪਾਰਟੀ ਨੇ, ਕਹਿੰਦਾ ਸਾਡੇ ਤਾਂ ਲੀਡਰਾਂ ਨੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਨਹੀਂ ਮੰਨਿਆ। ਚੰਨੀ ਸਾਹਿਬ ਕੁਛ ਹੋਰ ਕਹਿ ਦਿੰਦੇ ਸੀ, ਬਾਹਰਲੇ ਕੁਛ ਹੋਰ ਕਹਿ ਦਿੰਦੇ ਸੀ। ਜਦੋਂ ਇਹੋ ਜਿਹੀ ਹਾਲਤ ਹੋਵੇ ਤਾਂ ਉਦੋਂ ਫਿਰ ਉਜੜੇ ਬਾਗਾਂ ਦੇ ਗਲ੍ਹੜ ਪਟਵਾਰੀ ਹੁੰਦੀ ਹੈ। ਜੋ ਕੁਛ ਹੁਣ ਕਾਂਗਰਸ ਦਾ ਹੋ ਰਿਹਾ ਇਹੀ ਹੋਣਾ ਜੀ। ਬਾਦਲ ਨੂੰ ਹਰਾ ਕੇ ਦਿਲੀ ਖੁਆਇਸ਼ ਪੂਰੀ ਹੋਈ ਹੈ, ਗੁਰਮੀਤ ਖੁੱਡੀਆਂ ਸਾਹਿਬ ਦਾ ਇਹ ਕਹਿਣਾ ਜੀ। ਬਿਲਕੁਲ ਇਤਿਹਾਸ ਰਚਿਆ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਜੀ। 11,000 ਤੋਂ ਵੱਧ ਵੋਟਾਂ ਦੇ ਨਾਲ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਨੂੰ, ਜਿਹਦਾ ਪੌਣੀ ਸਦੀ ਦਾ ਰਾਜਨੀਤਿਕ ਕੈਰੀਅਰ ਹੋਵੇ ਜੀ, ਉਹਨੂੰ ਹਰਾਉਣਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ।
ਕਿਉਂਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਅਕਾਲੀ ਪਾਰਟੀ ਦੇ ਬੜੇ ਕਮਿਟਡ ਵਰਕਰ ਹੁੰਦੇ ਸੀ ਜੀ। ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਕਹਿੰਦੇ ਵੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਹੋਏ ਸੀ ਤੇ ਬੜੇ ਇੰਟੈਲੀਜੈਂਟ ਸੀ ਜੀ। ਉਸ ਪੜ੍ਹਾਈ ਦੇ ਦੌਰਾਨ ਹੀ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੁੜ ਗਏ ਤੇ ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੁੜ ਕੇ ਉਹਨਾਂ ਨੇ ਅਕਾਲੀ ਸਰਗਰਮੀਆਂ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਮਾਸਟਰ ਤਾਰਾ ਸਿੰਘ ਹੋਰਾਂ ਦੇ ਨਾਲ ਜਦੋਂ ਉਹਨਾਂ ਦੀ ਸਾਂਝ ਪੈ ਗਈ, ਗਿਆਨੀ ਕਰਤਾਰ ਸਿੰਘ ਹੋਰਾਂ ਦੇ ਨਾਲ ਸਾਂਝ ਪੈ ਗਈ ਜੀ, ਉਹ ਅੱਗੇ ਵਧਣ ਲੱਗੇ। ਉਦੋਂ ਕਹਿੰਦੇ ਵੀ ਸਰਦਾਰ ਪ੍ਰਤਾਪ ਸਿੰਘ ਕੈਰੋ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਸਰਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਅਪਰੋਚ ਕੀਤਾ ਸੀ, ਸੁਨੇਹਾ ਭੇਜਿਆ ਕਿ ਕਾਕਾ ਜੀ ਕਿਉਂ ਪੁੱਠੇ ਪਾਸੇ ਪਏ ਹੋ, ਸਾਡੇ ਵਾਲੇ ਪਾਸੇ ਪੈ ਜਾਓ, ਤੁਹਾਨੂੰ ਤਹਿਸੀਲਦਾਰ ਭਰਤੀ ਕਰ ਲੈਣੀ ਹੈ ਜੀ। ਤੇ ਉਹਨਾਂ ਨੇ ਕਹਿਤਾ ਸੀ ਜੀ ਮੈਂ ਤਹਿਸੀਲਦਾਰ ਭਰਤੀ ਨਹੀਂ ਹੋਣਾ। ਇਤਫਾਕ ਦੇਖੋ, ਪ੍ਰਕਾਸ਼ ਸਿੰਘ ਬਾਦਲ ਤਹਿਸੀਲਦਾਰ ਭਰਤੀ ਹੋਣਾ ਚਾਹੁੰਦਾ ਸੀ ਤੇ ਜਦੋਂ ਸਿਫਾਰਿਸ਼ ਲੈ ਕੇ ਗਿਆ ਆਪਣੇ ਸਕੇ ਚਾਚਾ ਜੀ ਸਰਦਾਰ ਤੇਜਾ ਸਿੰਘ ਬਾਦਲ ਨੂੰ ਸਰਦਾਰ ਬਲਦੇਵ ਸਿੰਘ ਕੋਲੇ ਕਿ ਤੁਸੀਂ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ ਕਹਿ ਦਿਓ ਜੀ ਇਹਨਾਂ ਨੂੰ ਬਣਾ ਦੇਣ, ਤੇ ਉਹਨਾਂ ਨੇ ਕਿਹਾ ਵੀ ਨਹੀਂ ਕਾਕਾ ਤੈਨੂੰ ਤਾਂ ਅਸੀਂ MLA ਬਣਾਉਣਾ ਹੈ। ਤੇ ਉਹ ਕਹਿ ਰਹੇ ਸੀ ਨਹੀਂ ਮਾਸੜ ਜੀ ਮੈਨੂੰ ਤਾਂ ਸਰਦਾਰ ਬਲਦੇਵ ਸਿੰਘ ਹੋਰਾਂ ਦਾ, ਕਿਉਂਕਿ ਬੇਟਾ ਬਾਦਲ ਵਾਲਿਆਂ ਦੇ ਪਿਆ ਸੀ ਇਹਨਾਂ ਦੀ ਸਿਸਟਰ ਨੂੰ, ਕਜ਼ਨ ਸਿਸਟਰ ਨੂੰ, ਕਹਿੰਦਾ ਜੀ ਮੈਨੂੰ ਤਾਂ ਨਾ ਤੁਸੀਂ ਜ਼ਰੂਰ ਆ ਤਹਿਸੀਲਦਾਰ ਬਣਵਾ ਦਿਓ। ਇੱਕ ਨੂੰ ਤਹਿਸੀਲਦਾਰੀ ਦੀ ਆਫਰ ਆਈ ਸੀ, ਉਹਨੇ ਛੱਡਤੀ, ਦੂਜਾ ਤਹਿਸੀਲਦਾਰ ਬਣਨਾ ਚਾਹੁੰਦਾ ਸੀ। ਇਹ ਤੁਸੀਂ ਇੱਕ ਇਤਫਾਕ ਹੈ। ਔਰ ਜਦੋਂ ਖੁੱਡੀਆਂ ਸਾਹਿਬ ਇੱਥੇ ਆਏ, ਉਹਨਾਂ ਨੇ ਗ੍ਰਾਸ ਰੂਟ ਲੈਵਲ 'ਤੇ ਵਰਕ ਸ਼ੁਰੂ ਕੀਤਾ ਤੇ ਹੁਣ ਹੌਲੀ ਹੌਲੀ ਉਹ ਜ਼ਿਲ੍ਹਾ ਮੁਕਤਸਰ ਦੇ ਅਕਾਲੀ ਜਥੇ ਦੇ ਪ੍ਰਧਾਨ ਬਣ ਗਏ ਸੀ ਜੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵੀ ਬੜੇ ਕਰੀਬ ਹੁੰਦੇ ਸੀ ਔਰ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ 'ਤੇ ਬੜਾ ਭਰੋਸਾ ਕਰਦੇ ਸੀ। ਜਾਣਕਾਰੀ ਮੈਨੂੰ ਇਹ ਵੀ ਹੈਗੀ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਲਿਸਟ, ਜਿਹੜੀ ਡੈਲੀਗੇਟਾਂ ਦੀ ਲਿਸਟ ਹੁੰਦੀ ਹੈ, ਜਿਹਨੇ ਅੱਗੇ ਅਕਾਲੀ ਲੀਡਰਸ਼ਿਪ ਚੁਣਨੀ ਹੁੰਦੀ ਹੈ, ਜਿਹੜੇ ਪ੍ਰਧਾਨ ਬਣਦੇ ਹੈ, ਉਹ ਜਿਹੜੀ ਉਹਨਾਂ ਦਿਨਾਂ 'ਚ ਅਕਾਲੀ ਦਲ ਦੇ ਵਿੱਚ ਕਸ਼ਮਕਸ਼ ਕਾਫੀ ਚੱਲਦੀ ਸੀ ਜੀ। ਉਹਨਾਂ ਨੇ ਇੱਕ ਲਿਸਟ ਜਿਹੜੀ ਹੈਗੀ ਹੈ ਅਕਾਲੀ ਦਲ ਦੇ ਹੈੱਡਕੁਆਟਰ 'ਚ ਰੱਖੀ ਹੋਈ ਸੀ। ਇੱਕ ਲਿਸਟ ਜਿਹੜੀ ਹੈਗੀ ਆ ਉਹ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੇ ਹਵਾਲੇ ਕੀਤੀ ਹੋਈ ਸੀ ਜੀ। ਸੰਤ ਜੀ ਨੇ ਪੰਜਾਬ ਸਮਝੌਤਾ ਕਰ ਲਿਆ, ਉਹਨਾਂ ਦਾ ਕਤਲ ਹੋ ਗਿਆ 84-85 ਦੀ ਗੱਲ ਹੈ, 85 'ਚ ਉਹਨਾਂ ਦਾ ਕਤਲ ਹੋ ਗਿਆ। ਜਦੋਂ ਉਹਨਾਂ ਦਾ ਕਤਲ ਹੋ ਗਿਆ ਤੇ ਕਤਲ ਹੋਣ ਤੋਂ ਬਾਅਦ ਬਾਦਲ ਸਾਹਿਬ ਦਾ ਏਕਾਧਿਕਾਰ ਜਾਂ ਇਹਨਾਂ ਦਾ ਏਕਾਧਿਕਾਰ ਹੋ ਗਿਆ, ਜਿਹੜੇ ਨਰਮਪੰਥੀ ਅਕਾਲੀ ਦਲ ਦੇ ਲੀਡਰ ਸੀਗੇ ਆਪਣੇ ਬਰਨਾਲਾ ਸਾਹਿਬ ਵਗੈਰਾ, ਜਾਂ ਉਸ ਵੇਲੇ ਫਿਰ ਇਹ ਥੋੜ੍ਹੇ ਜਿਹੇ ਫਰਸਟ੍ਰੇਟ ਹੋ ਕੇ ਆਪਣੇ ਘਰ ਬਹਿ ਗਏ ਸੀ ਜਗਦੇਵ ਸਿੰਘ ਖੁੱਡੀਆਂ ਸਾਹਿਬ, ਤੇ ਇਹਨਾਂ ਨੇ ਹੌਲੀ ਹੌਲੀ ਜਿਹੜੀ ਹੈਗੀ ਹੈ ਪੰਥਕ ਸਰਗਰਮੀਆਂ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਔਰ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜਦੋਂ ਉਹ ਸਾਂਝੇ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ, ਉਹਨਾਂ ਦੇ ਕਾਫੀ ਨੇੜੇ ਚਲੇ ਗਏ। ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ ਸੀ ਪਾਰਲੀਮੈਂਟ ਦੀ। ਇਹ 1999 'ਚ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ, ਮੈਂ ਵਾਰ-ਵਾਰ ਰਿਪੀਟ ਕਰਦਾ, ਚੰਗਾ ਨਹੀਂ ਲੱਗਦਾ, ਉਹ ਗੱਲ ਆਪਾਂ ਬੜੀ ਵਿਸਥਾਰ ਨਾਲ ਪਹਿਲਾਂ ਕਰ ਚੁੱਕੇ ਹਾਂ, ਬੜੇ ਵਾਰੀ ਆਏ ਆ, ਮੇਰੀਆਂ ਵੀਡੀਓਜ਼ ਦੇ ਵਿੱਚ ਵੀ ਉਹ ਗੱਲ ਆਈ ਹੋਈ ਹੈ। ਉਦੋਂ ਤੋਂ ਹੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਮਨ ਦੇ ਵਿੱਚ ਇਹ ਧਾਰੀ ਸੀ ਕਿ ਮੇਰੇ ਬਾਪ ਦਾ ਜਿਹੜਾ ਅਧੂਰਾ ਕੰਮ ਹੈ ਉਹਨੂੰ ਮੈਂ ਪੂਰਾ ਕਰਨਾ ਜੀ। ਕਿਉਂਕਿ ਉਂਗਲਾਂ ਕਈ ਕਿਸਮ ਦੇ ਲੋਕਾਂ ਤੇ ਉੱਠਦੀਆਂ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਜਿਹੜੀ ਮੌਤ ਹੋਈ ਹੈ, ਮੌਤ ਨਹੀਂ ਐਕਚੁਅਲੀ ਉਹ ਕਤਲ ਹੋਇਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ HS ਰਾਏ ਸੀ ਮੇਰਾ ਖਿਆਲ ਹੈ, ਉਹਨਾਂ ਨੇ ਇਹ ਗੱਲ ਮੰਨ ਲਈ ਸੀ ਕਿ ਕੁਛ ਨਾ ਕੁਛ ਇਹਦੇ 'ਚ ਇਹੋ ਜਿਹਾ ਹੋਇਆ ਵਾ। ਔਰ ਉਹਨਾਂ ਨੇ CBI ਦੀ ਇਨਕੁਆਇਰੀ ਵੀ ਲਾਤੀ ਸੀ, ਲੇਕਿਨ ਉਹ ਮਾਮਲਾ ਠੰਡੇ ਬਸਤੇ 'ਚ ਪੈ ਗਿਆ। ਡਾਢਿਆਂ ਨੇ ਉਸ ਪੜਤਾਲ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਹੁਣ ਬਾਦਲ ਸਾਹਿਬ ਨੂੰ ਹਰਾਇਆ ਹੈ, ਇਹ ਉਤੇਜਿਤ ਨਹੀਂ ਹੋਏ, ਇਹ ਗਰਮੀ 'ਚ ਨਹੀਂ ਆਏ। ਇਹਨਾਂ ਨੇ ਗਰਮੀ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹੜੇ ਕੰਮ ਦੇ ਨਾਲ ਉਹਨਾਂ ਦੀ ਜਿਹੜੀ ਹੈ ਸ਼ਖਸੀਅਤ ਦੇ ਉੱਤੇ ਕੋਈ ਧੱਬਾ ਲੱਗਦਾ ਹੋਵੇ ਜੀ। ਪੀਸਫੁਲ ਰਹਿ ਕੇ ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਰਾਜਨੀਤਿਕ ਖੇਤਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਿਕਸਤ ਦੇਣੀ ਹੈ ਜੀ। ਇੱਕ ਮੌਕਾ ਮਤਲਬ ਜਿਹੜਾ ਇਹ ਆਵੇ ਕਿ ਮੈਂ ਜਦੋਂ ਚੋਣ ਲੜਾ ਇਹਨਾਂ ਦੇ ਖਿਲਾਫ ਤੇ ਮੈਂ ਬਾਦਲ ਸਾਹਿਬ ਨੂੰ ਹਰਾਵਾਂ ਤੇ ਤਾਂ ਮੇਰਾ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਅੰਦਰ, ਮੇਰਾ ਅੰਦਰ ਤਾਂ ਠਰਦਾ ਹੈ। ਉਦੋਂ ਤੇ ਜਦੋਜਹਿਦ ਕਰਨ ਲੱਗੇ ਪਏ ਸੀ, ਲੇਕਿਨ ਕਾਂਗਰਸ ਪਾਰਟੀ ਦੀ ਬਦਕਿਸਮਤੀ ਹੈ ਕਿ ਇਹੋ ਜਿਹੇ ਹੀਰੇ ਨੂੰ ਸੰਭਾਲ ਕੇ ਨਹੀਂ ਰੱਖ ਸਕੀ ਜੀ। ਜਦੋਂ ਵੀ ਟਿਕਟ ਦੇਣ ਦਾ ਮੌਕਾ ਹੁੰਦਾ ਸੀ, ਕਦੇ ਕੋਈ ਤਰੀਕਾ ਹੁੰਦਾ, ਕਦੇ ਕੋਈ ਹੁੰਦਾ, ਉਹਨਾਂ ਨੂੰ ਬਦਲ ਦਿੰਦੇ ਸੀ। ਇਹ 2019 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ, ਉਸ ਵੇਲੇ ਵੀ ਖੁੱਡੀਆਂ ਸਾਹਿਬ ਨੇ ਅਪਲਾਈ ਕੀਤਾ ਸੀਗਾ ਕਿ ਮੈਨੂੰ ਦਿਓ ਬਠਿੰਡੇ ਤੋਂ ਟਿਕਟ ਜੀ। ਔਰ ਉਸ ਵੇਲੇ ਜਿਹੜੇ ਬਠਿੰਡਾ ਤੋਂ ਟਿਕਟ ਮੰਗਣ ਵਾਲੇ ਸੀਗੇ ਇੱਛਕ ਲੀਡਰ, ਉਹਨਾਂ ਨੇ ਬਠਿੰਡਾ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਜਿਹਦੇ ਵਿੱਚ ਇਹ ਡਿਮਾਂਡ ਕੀਤੀ ਸੀ ਕਿ ਸਾਡੇ 5-7 ਚੋਂ ਜਿਹਨੂੰ ਮਰਜ਼ੀ ਟਿਕਟ ਦੇ ਦਿਓ, ਕਿਸੇ ਬਾਹਰਲੇ ਬੰਦੇ ਨੂੰ ਟਿਕਟ ਨਾ ਦਿੱਤੀ ਜਾਵੇ, ਕੰਸਟੀਚੂਐਂਸੀ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ। ਕਿਉਂਕਿ ਬਠਿੰਡਾ ਪਾਰਲੀਮਾਨੀ ਹਲਕੇ ਦੀ ਜੋ ਆਪਾਂ ਗੱਲ ਕਰਦੇ ਹਾਂ, ਵਿਧਾਨ ਸਭਾ ਹਲਕਾ ਲੰਬੀ ਵੀ ਇਹਦਾ ਹਿੱਸਾ ਹੈ ਜੀ।
ਉਹਨਾਂ ਨੇ ਡਿਮਾਂਡ ਕੀਤੀ ਸੀ, ਲੇਕਿਨ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਟਿਕਟ ਦਿੱਤੀ, ਰਹਿ ਗਏ ਸੀ। ਜੇ ਉਦੋਂ ਵੀ ਟਿਕਟ ਮਿਲੀ ਹੁੰਦੀ ਮੇਰੇ ਖਿਆਲ ਰਿਜ਼ਲਟ ਉਦੋਂ ਵੀ ਕੁਛ ਵੱਖਰਾ ਹੁੰਦਾ ਜੀ। ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤੀ, ਲੜਾਈ ਲੜੀ ਔਰ 10,000 ਤੋਂ ਉੱਪਰ ਵੋਟਾਂ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਕੀਰਤੀਮਾਨ ਸਥਾਪਿਤ ਕਰਤਾ, ਇੱਕ ਇਤਿਹਾਸ ਸਿਰਜਦਾ ਜੀ। ਇਹਦੇ ਤੇ ਕੱਲ੍ਹ ਪੱਤਰਕਾਰਾਂ ਨੇ ਗੱਲਬਾਤ ਕੀਤੀ, ਮੈਂ ਵੀ ਜਾ ਕੇ ਮਿਲ ਕੇ ਆਇਆ ਸੀ, ਆਪਣੇ ਦਾਨੇਵਾਲੀਆ ਸਾਹਿਬ ਨੇ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀ। ਉਹਨਾਂ ਨੇ ਜੋ ਗੱਲਬਾਤ ਕੀਤੀ ਪੱਤਰਕਾਰਾਂ ਨੇ ਕਿ ਕੀ ਮਹਿਸੂਸ ਕਰਦੇ ਹੋ, ਕਹਿੰਦੇ ਤਮੰਨਾ ਬਹੁਤ ਪੁਰਾਣੀ ਸੀ ਜੀ। ਮੇਰੀ ਦਿਲ ਦੀ ਇੱਛਾ ਸੀ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜਾਂ ਤੇ ਇਹਨਾਂ ਨੂੰ ਹਰਾਵਾਂ, ਤੇ ਅੱਜ ਦਿਲ ਦੀ ਰੀਝ ਹੈ ਜਿਹੜੀ ਉਹ ਮੇਰੀ ਪੂਰੀ ਹੋ ਗਈ ਹੈ ਜੀ। ਇਹਦੇ ਨਾਲ ਦਲਵੀਰ ਜੀ ਮੈਂ ਤੁਹਾਨੂੰ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੱਸਾਂ, ਤੁਸੀਂ ਸੋਸ਼ਲ ਮੀਡੀਆ ਤੇ ਭਾਲੋ ਦੇਖਿਆ ਕੀ ਹੈ। ਇੱਕ ਥਾਂ ਦੇ ਉੱਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਬਲਦ ਨੂੰ ਢਾਇਆ ਹੋਇਆ ਜੀ। ਸਾਨ ਨੂੰ ਕਹਿ ਦਈਏ ਆਪਾਂ, ਢੱਠੇ ਨੂੰ ਕਹਿ ਦਈਏ, ਉਹਨੂੰ ਢਾਇਆ ਹੋਇਆ, ਢਾਹ ਕੇ ਤੇ ਉਹਨੂੰ ਸਿੱਟਿਆ ਹੋਇਆ, ਤੇ ਪਰ ਜੋ ਜਿਹੜੇ ਬਲਦ ਜਿਹੜਾ ਹੈਗਾ ਬਲਦ ਦੇ ਮੂੰਹ ਦੇ ਉੱਤੇ ਜਿਹੜਾ ਇੱਕ ਬਣਾਇਆ ਹੁੰਦਾ ਜਿਵੇਂ ਕਾਰਟੂਨ ਬਣਾਉਣੇ ਆਪਾਂ, ਉਹ ਕਾਰਟੂਨ ਦੇ ਰੂਪ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਕਲ ਬਣਾਈ ਹੋਈ ਹੈ ਜੀ। ਤੇ ਉੱਪਰ ਇੱਕ ਜਿਹੜੀ ਉਸੇ ਕਾਰਟੂਨ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਹੈ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੀ, ਤੇ ਕਹਿੰਦੇ ਕੀ ਹੈ ਆਪਣੇ ਪਿਤਾ ਵੱਲ ਝਾਕ ਕੇ ਲਿਖਿਆ ਹੋਇਆ ਜਿਹੜਾ ਉਹਦੇ 'ਤੇ, ਉਹ ਆਪਣੇ ਪਿਤਾ ਵੱਲ ਝਾਕੀ ਜਾਂਦੇ ਹੈ। ਤੇ ਕਿਸੇ ਨੇ ਜਿਹਨੇ ਉਹ ਬਣਾਇਆ ਮੀਮ ਬਣਾਇਆ ਜਾਂ ਜੋ ਵੀ ਉਹ ਬਣਾਇਆ ਕਾਰਟੂਨ ਬਣਾਇਆ, ਉਹਦੇ 'ਤੇ ਉਹਨੇ ਲਿਖਿਆ ਹੈ ਕਿ ਬਾਪੂ ਜੀ ਸਾਨ ਨੂੰ ਢਾਹ ਕੇ ਤੁਹਾਡਾ ਬਦਲਾ ਲੈ ਲਿਆ, ਸਿਆਸੀ ਬਦਲਾ, ਮਤਲਬ ਆਪਣੇ ਆਪ ਦੇ ਵਿੱਚ ਵਾਕਈ ਇਤਿਹਾਸ ਸਿਰਜਿਆ, ਜੋ ਉਹਨਾਂ ਨੇ ਗੱਲ ਕਹੀ ਹੈ ਉਹ ਠੀਕ ਕਹੀ ਹੈ ਜੀ। ਦੂਸਰੀ ਗੱਲ, ਅਕਾਲੀ ਦਲ ਦੇ ਇਤਿਹਾਸ 'ਚ ਸਭ ਤੋਂ ਨਮੋਸ਼ੀ ਭਰੀ ਹਾਰ ਜਿਹੜੀ ਹੈ ਇਹ ਰਾਜਨੀਤਿਕ ਸਫ਼ਿਆਂ 'ਚ ਲਿਖੀ ਗਈ ਹੈ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਹੈ ਵੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ, ਤੇ 1920 'ਚ ਅਕਾਲੀ ਦਲ ਨੂੰ ਬਣਾਉਣ ਦਾ ਵੱਡਾ ਮਕਸਦ ਇਹ ਸੀ ਕਿ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਾਵੇ, ਤੇ ਆਜ਼ਾਦ ਕਰਵਾਇਆ ਸੀ ਜੀ। ਅਕਾਲੀ ਦਲ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਮੋਰਚੇ ਲੱਗੇ, ਉਹਨਾਂ ਮੋਰਚਿਆਂ ਦੇ ਵਿੱਚ ਸਫਲਤਾ ਹਾਸਲ ਕੀਤੀ। ਫਿਰ ਅਕਾਲੀ ਦਲ ਨੇ ਜਿਹੜੀ ਹੈਗੀ ਜੰਗੇ ਆਜ਼ਾਦੀ ਦੇ ਵਿੱਚ ਵੀ ਭਾਗ ਲਿਆ, ਕੁਰਬਾਨੀਆਂ ਦਿੱਤੀਆਂ, ਇਹ ਵੀ ਇਤਿਹਾਸ ਦੇ ਵਿੱਚ ਦਰਜ ਹੈ। ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਭਾਸ਼ਾ ਦੇ ਆਧਾਰ 'ਤੇ ਜੋ ਸੂਬੇ ਬਣਾਏ ਗਏ ਹੈ ਜੀ, ਪੰਜਾਬੀ ਸੂਬਾ ਨਹੀਂ ਸੀ ਬਣਾਇਆ, ਔਰ ਪੰਜਾਬੀ ਸੂਬਾ ਨਾ ਬਣਾਉਣ ਦੀ ਵਜ੍ਹਾ ਕਾਰਨ ਅਕਾਲੀ ਦਲ ਨੇ ਇੱਕ ਮੋਰਚਾ ਲਾਇਆ ਸੀ, ਉਹਦੇ ਵਿੱਚ ਹੋਰਾਂ ਪੋਲੀਟੀਕਲ ਪਾਰਟੀਆਂ ਨੇ ਵੀ ਸਾਥ ਦਿੱਤਾ ਸੀ, ਜਿਹਨੂੰ ਅਸੀਂ ਪੰਜਾਬੀ ਸੂਬੇ ਦਾ ਮੋਰਚਾ ਕਹਿ ਦਿੰਦੇ ਜੀ। ਔਰ ਉਹ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਭਾਵੇਂ ਸਾਨੂੰ ਸੂਬਾ ਤਾਂ ਪੂਰਾ ਨਹੀਂ ਮਿਲਿਆ, ਅਧੂਰਾ ਸੂਬਾ ਮਿਲਿਆ, ਲੰਗੜਾ ਸੂਬਾ ਮਿਲਿਆ, ਲੇਕਿਨ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਉਹ ਜਿਹੜਾ ਹੈਗਾ ਜੇ ਅੱਜ ਵਾਲਾ ਪੰਜਾਬੀ ਸੂਬਾ ਜਿਹੜਾ 1966 'ਚ 1 ਨਵੰਬਰ 1966 ਨੂੰ ਬਣਿਆ ਸੀ, ਇਹਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਤੇ ਜਦੋਂ ਆਪਾਂ ਲੜਾਈਆਂ ਦੀ ਗੱਲ ਕਰਦੇ ਹਾਂ ਤੇ ਫਿਰ 1975 'ਚ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਸੀ ਜੀ। ਉਸ ਐਮਰਜੈਂਸੀ ਦੇ ਖਿਲਾਫ ਸਾਰੇ ਦੇਸ਼ ਭਰ ਦੇ ਵਿੱਚੋਂ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਵੀ ਪੋਲੀਟੀਕਲ ਲੀਡਰ ਨੇ ਹੁੱਤ ਨਹੀਂ ਕੱਢੀ ਸੀ ਜੀ। ਇਕੱਲਾ ਅਕਾਲੀ ਦਲ ਸੀ ਜਿਨ੍ਹਾਂ ਨੇ ਉਹਦੇ ਖਿਲਾਫ ਮੋਰਚਾ ਲਾਇਆ ਸੀ, ਔਰ ਉਹ ਮੋਰਚਾ ਲਗਾਤਾਰ 19 ਮਹੀਨੇ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਜਿਹੜਾ ਉਹ ਤੁਹਾਡਾ ਵਾਪਸ ਨਹੀਂ ਸੀ ਲੈ ਲਿਆ ਐਮਰਜੈਂਸੀ ਦਾ ਫੈਸਲਾ, ਐਮਰਜੈਂਸੀ ਖਤਮ ਨਹੀਂ ਸੀ ਕਰਦੀ ਇੰਦਰਾ ਗਾਂਧੀ ਨੇ ਜੋ ਖਤਮ ਕੀਤੀ, ਤੇ ਫਿਰ ਉਹ ਮੋਰਚਾ ਜਿਹੜਾ ਹੈਗਾ ਸਮਾਪਤ ਹੋਇਆ ਸੀ। ਜੇ ਅਸੀਂ ਦੇਖੀਏ 1966 ਤੋਂ ਲੈ ਕੇ 1966 ਦੇ ਵਿੱਚ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਆ ਜਸਟਿਸ ਗੁਰਨਾਮ ਸਿੰਘ ਜੀ। ਫਿਰ ਉਹ 67 'ਚ ਬਣਦੇ ਆ, 67 ਚੋਣਾਂ ਹੁੰਦੀਆਂ। 1969 ਦੇ ਆਉਂਦਿਆਂ ਅਕਾਲੀ ਦਲ ਦੇ ਵਿੱਚ ਥੋੜ੍ਹੀ ਜਿਹੀ ਫੁੱਟ ਪੈ ਗਈ ਸੀ। ਇੱਕ ਪੈਰਲਲ ਬੰਦਾ ਵਿੱਚੋਂ ਨਿਕਲਿਆ ਸੀ ਲਛਮਣ ਸਿੰਘ ਗਿੱਲ, ਤੇ ਲਛਮਣ ਸਿੰਘ ਗਿੱਲ ਨੇ ਆ ਕੇ ਕਾਂਗਰਸ ਪਾਰਟੀ ਦੀ ਮਦਦ ਨਾਲ ਆਪਣੀ ਸਰਕਾਰ ਬਣਾ ਲਈ ਸੀ ਜੀ। ਪਰ ਥੋੜ੍ਹੇ ਸਮੇਂ ਬਾਅਦ ਹੀ ਉਹ ਸਰਕਾਰ ਟੁੱਟ ਗਈ ਸੀ ਤੇ ਦੁਬਾਰਾ ਫਿਰ ਚੋਣਾਂ ਹੋਈਆਂ ਸੀ 1969 ਦੇ ਵਿੱਚ। 1967 ਵਾਲੀਆਂ ਚੋਣਾਂ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਹਾਰ ਗਏ ਸੀ 57 ਵੋਟਾਂ ਤੇ ਹਰਚਰਨ ਸਿੰਘ ਬਰਾੜ ਦੇ ਹੱਥੋਂ, ਔਰ 1969 ਦੇ ਵਿੱਚ ਜਿਹੜੀ ਦੁਬਾਰਾ ਚੋਣ ਹੋਈ ਤੇ ਗਿੱਦੜਬਾਹਾ ਤੋਂ ਇਹ ਫਿਰ ਚੋਣ ਜਿੱਤ ਗਏ ਸੀ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸਟੇਟ ਮਿਨਿਸਟਰ ਬਣਾਤਾ ਸੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤਾਂ ਦਾ, ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣ ਗਏ ਸੀ। ਅਗਾਂਹ ਜਸਟਿਸ ਗੁਰਨਾਮ ਸਿੰਘ ਦੇ ਮਤਭੇਦ ਆ ਗਏ ਸੀ ਸੰਤ ਫਤਿਹ ਸਿੰਘ ਹੋਰਾਂ ਨਾਲ, ਤੇ 1970 ਦੇ ਵਿੱਚ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣ ਗਏ ਸੀ 1970। 71 ਦੇ ਵਿੱਚ ਮਤਲਬ ਜਿਹੜੀ ਆ ਲੜਾਈ ਲੱਗ ਗਈ ਸੀ, ਸਰਕਾਰ ਉਹ ਟੁੱਟ ਗਈ ਸੀ। 72 ਦੇ ਵਿੱਚ ਫਿਰ ਚੋਣਾਂ ਹੁੰਦੀਆਂ ਤੇ ਅਕਾਲੀ ਦਲ ਨੇ ਉਹ ਚੋਣਾਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਲੜੀਆਂ ਸੀ ਜੀ। 72 ਤੋਂ ਬਾਅਦ 85 ਵਾਲੀਆਂ ਚੋਣਾਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਲੜੀਆਂ ਜਾਂਦੀਆਂ। 92 'ਚ ਅਕਾਲੀ ਦਲ ਨੇ ਬਾਈਕਾਟ ਕਰਤਾ ਸੀ, ਚੋਣਾਂ ਨਹੀਂ ਸੀ ਲੜੀਆਂ। ਲੇਕਿਨ 97, 2002, 2007 ਇਹ 2012 ਇਹ ਜਿਹੜੀਆਂ ਹੈਗੀਆਂ ਇਲੈਕਸ਼ਨਾਂ, ਇਹ ਬਾਦਲ ਸਾਹਿਬ
ਦੀ ਸਰਪ੍ਰਸਤੀ ਹੇਠ ਲੜੀਆਂ ਜੀ। ਲੇਕਿਨ 2012 ਵਾਲੀ ਜਿਹੜੀ ਚੋਣ ਹੈ ਉਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਪਛਾਂ ਹਟ ਗਏ ਸੀ ਤੇ ਉਹਨਾਂ ਨੇ ਕਮਾਂਡ ਨਵੀਂ ਪੀੜ੍ਹੀ ਨੂੰ ਸੌਂਪਤੀ ਸੀ, ਭਾਵ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪਤੀ ਸੀ ਜੀ। 2012 ਦੇ ਵਿੱਚ ਕਾਂਗਰਸ ਪਾਰਟੀ ਜਦੋਂ ਸਫਲ ਨਾ ਹੋ ਸਕੀ ਔਰ ਅਕਾਲੀ ਦਲ ਦੀ ਸਰਕਾਰ ਰਿਪੀਟ ਕਰ ਗਈ ਤਾਂ ਫਿਰ ਉਹਦਾ ਕ੍ਰੈਡਿਟ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਨੂੰ ਦਿੱਤਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਮਾਈਕਰੋ ਮੈਨੇਜਮੈਂਟ ਹੈ ਉਹਦੀ ਵਜ੍ਹਾ ਕਾਰਨ ਹੀ ਅਕਾਲੀ ਦਲ ਜਿੱਤਿਆ ਤੇ ਉਹਦੀ ਬਾਵਾ ਬਾਦਲ ਸਾਹਿਬ ਦੀ, ਛੋਟੇ ਬਾਦਲ ਦੀ, ਸੁਖਬੀਰ ਸਿੰਘ ਬਾਦਲ ਦੀ ਹੋਈ ਸੀ ਜੀ। 17 ਤੱਕ ਉਹਨਾਂ ਦੀ ਉਹ ਸਰਕਾਰ ਚੱਲੀ ਹੈ ਤੇ ਸਰਕਾਰਾਂ ਇਹ ਜਿਹੜੀ 2017 ਤੱਕ ਸਰਕਾਰ ਚੱਲੀ ਹੈ ਉਸੇ ਸਮੇਂ ਦੇ ਦੌਰਾਨ 2012 ਤੋਂ ਲੈ ਕੇ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜੀ। ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਨਾਂ ਦੇ ਸਹੀ ਦੋਸ਼ੀਆਂ ਦੀ ਤਲਾਸ਼ ਕਰਕੇ ਉਹਨੂੰ ਫੜਨ ਦੀ ਬਜਾਏ ਅਕਾਲੀ ਸਰਕਾਰ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ। ਜਦੋਂ ਸਿੱਖ ਸੰਗਤਾਂ ਨੇ ਉਹਦਾ ਵਿਰੋਧ ਕੀਤਾ ਤੇ ਫਿਰ ਸਿੱਖ ਸੰਗਤਾਂ ਦੇ ਤਸ਼ੱਦਦ ਕੀਤਾ ਗਿਆ ਸੀ, ਗੋਲੀਆਂ ਚਲਾਈਆਂ ਗਈਆਂ ਸੀ। ਤੁਹਾਨੂੰ ਪਤਾ ਬਹਿਬਲ ਕਲਾਂ 2 ਬੰਦੇ ਮਾਰੇ ਗਏ ਸੀ। ਉਹਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਤੇ ਆਮ ਪੰਜਾਬੀਆਂ ਦੇ ਵਿੱਚ ਅਕਾਲੀ ਦਲ ਪ੍ਰਤੀ ਗੁੱਸਾ ਬਹੁਤ ਜ਼ਿਆਦਾ ਪ੍ਰਚੰਡ ਹੋ ਗਿਆ ਸੀ ਔਰ ਉਸ ਗੁੱਸੇ ਦੇ ਚੱਲਦਿਆਂ 2017 ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਸੀ ਤੇ ਅਕਾਲੀ ਦਲ ਹਾਰ ਗਿਆ ਸੀ। ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਸੀ ਕਰ ਸਕਿਆ। ਹੁਣ ਅਕਾਲੀ ਦਲ ਨੇ 2022 ਦੀਆਂ ਚੋਣਾਂ ਲੜੀਆਂ ਤੇ ਇਹਨਾਂ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਕੀ ਹੈ? 2017 ਦੇ ਵਿੱਚ ਅਕਾਲੀ ਦਲ 15 ਸੀਟਾਂ ਲੈ ਗਿਆ ਸੀ ਜੀ, ਪਰ ਹੁਣ ਅਕਾਲੀ ਦਲ ਕੋਲ ਕਿੰਨੀਆਂ ਸੀਟਾਂ ਰਹਿ ਗਈਆਂ? 3 ਜੀ। ਇਹ ਹੈ ਵੀ ਅਕਾਲੀ ਦਲ ਵਾਲੇ ਫਖਰ ਕਰ ਸਕਦੇ ਹੈ ਕਿ ਐਤਕੀ ਅਸੀਂ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚੋਂ ਸਾਨੂੰ ਵੋਟਾਂ ਮਿਲ ਗਈਆਂ, 3 ਹਿੱਸਿਆਂ 'ਚੋਂ, ਕਿਉਂਕਿ ਮਾਲਵੇ ਦੇ ਵਿੱਚੋਂ ਵੀ ਜਿੱਤ ਗਿਆ ਇੱਕ MLA ਇਹਨਾਂ ਦਾ, ਇੱਕ MLA ਮਾਝੇ 'ਚੋਂ ਜਿੱਤ ਗਿਆ ਤੇ ਇੱਕ MLA ਜਿਹੜਾ ਹੈਗਾ ਉਹ ਜਿੱਤ ਗਿਆ ਦੁਆਬੇ ਦੇ ਵਿੱਚੋਂ ਜੀ। ਪਰ ਜੇ ਵੋਟ ਪਰਸੈਂਟੇਜ ਦੇ ਲਿਹਾਜ਼ ਨਾਲ ਦੇਖੀ, ਭਾਵੇਂ ਵੋਟ ਪਰਸੈਂਟੇਜ ਹੈਗੀ ਹੈ ਪਰ ਉਨੀ ਨਹੀਂ, 17-18% ਹੀ ਹੈ ਮੇਰਾ ਖਿਆਲ ਹੈ, 18% ਹੈ। ਪਰ ਜਿੰਨੀ ਜਿਹੜੀ ਹੈਗੀ ਹੈ ਭਿਆਨਕ ਹਾਰ ਅਕਾਲੀ ਦਲ ਨੂੰ ਐਤਕੀ ਮਿਲੀ ਹੈ, ਇਤਿਹਾਸ ਦੇ ਵਿੱਚ ਹੈ। 1920 'ਚ ਅਕਾਲੀ ਦਲ ਬਣਦਾ ਹੈ, 2017 ਦੀ ਹਾਰ ਨੂੰ ਸਮਝਿਆ ਗਿਆ ਸੀ ਕਿ ਬੜੀ ਖਤਰਨਾਕ ਹਾਰ ਹੈ, ਲੇਕਿਨ ਇਹ ਹਾਰ ਉਹਦੇ ਨਾਲੋਂ ਵੀ ਕਿਤੇ ਭਿਆਨਕ ਹੈ, ਬਹੁਤ ਸ਼ਰਮਨਾਕ ਹਾਰ ਹੈ ਜੀ। ਹੁਣ ਆ ਜਾਂਦੀ ਹੈ ਜੀ ਜੁਗਨੂ ਤੋਂ ਮੁੱਖ ਮੰਤਰੀ ਤੱਕ ਦੇ ਸਫ਼ਰ ਦੀ ਗੱਲ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜੁਗਨੂ ਜਦੋਂ ਆਪਾਂ ਗੱਲ ਕਰਦੇ ਹਾਂ, ਸਤੌਜ ਪਿੰਡ ਦਾ ਇੱਕ ਮੁੰਡਾ ਪਹਿਲਾਂ ਸਕੂਲੀ ਪੜ੍ਹਾਈ ਕਰਦਾ ਹੈ, ਫਿਰ ਉਹ ਕਾਲਜ ਦੇ ਵਿੱਚ ਪੜ੍ਹਨ ਚਲਾ ਜਾਂਦਾ ਹੈ। ਬੰਦੇ ਦਾ ਕਲਾ ਅਤੇ ਸੱਭਿਆਚਾਰ ਦੇ ਨਾਲ ਬੜਾ ਨੇੜਲਾ ਸੰਬੰਧ ਹੈ, ਦਿਲਚਸਪੀ ਹੈ ਉਸ ਪਾਸੇ, ਔਰ ਉਹ ਬੰਦਾ ਕਮੇਡੀ ਕਰਨੀ ਸ਼ੁਰੂ ਕਰ ਦਿੰਦਾ ਹੈ, ਨਾਲ ਕੁਝ ਸੱਜਣਾ ਆਪਦੇ ਹੋਰ ਮਿਲਾ ਲੈਂਦਾ ਹੈ। ਕਮੇਡੀ ਕਰਦਿਆਂ ਅਤੇ ਫਿਰ ਉਹ ਬੁਲੰਦੀਆਂ ਨੂੰ ਛੂੰਹਦਾ ਹੈ। ਔਰ ਉਹਦੀ ਕਮੇਡੀ ਜਿਹੜੀ ਸੀ, ਉਹਦੀ ਕਮੇਡੀ ਇਕੱਲੀ ਆਪਾਂ ਇਹ ਨਹੀਂ ਕਹਿ ਸਕਦੇ ਮਨ ਪਰਚਾਵਾ ਜਾਂ ਮਨੋਰੰਜਨ ਵਾਸਤੇ ਸੀ। ਉਹਦੀ ਕਮੇਡੀ ਜਿਹੜੀ ਹੈਗੀ ਹੈ ਉਹ ਸਿਸਟਮ ਦੇ ਉੱਤੇ ਅਟੈਕ ਕਰਦੀ ਸੀ, ਸਿਸਟਮ ਨੂੰ ਬੇਨਕਾਬ ਕਰਦੀ ਸੀ, ਜਿਹੜਾ ਸਿਸਟਮ ਆਮ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਦਾ ਕਾਰਨ ਹੈ ਜੀ। ਪੁਲਿਸ ਦੀਆਂ ਜ਼ਿਆਦਤੀਆਂ ਕਿਵੇਂ ਹੁੰਦੀਆਂ ਕੀ ਹੈ, ਔਰ ਉਹਦੇ ਵਿੱਚ ਉਸ ਮੁੰਡੇ ਦਾ ਨਾਂ ਭਗਵੰਤ ਸਿੰਘ ਮਾਨ ਦੀ ਬਜਾਏ ਜੁਗਨੂ ਪੈ ਜਾਂਦਾ ਹੈ ਜੀ। ਜੁਗਨੂ ਇੱਕ ਅਦਾਕਾਰ ਹੈ, ਇੱਕ ਪਾਰਟ ਹੈ। ਜੁਗਨੂ ਦੇ ਨਾਂ ਥੱਲੇ ਪਾਰਟ ਪਲੇ ਕਰਦਾ ਹੈ ਔਰ ਉਹ ਪਾਰਟ ਪਲੇ ਕਰਦਿਆਂ ਕਿੱਥੋਂ ਤੱਕ ਚਲਾ ਜਾਂਦਾ ਹੈ ਕਿ ਜਦੋਂ ਕੰਪੀਟੀਸ਼ਨਾਂ ਦੇ ਵਿੱਚ ਜਾਂਦਾ ਹੈ ਅਤੇ ਕਈ ਵਾਰੀ ਉਹਦੇ ਕੰਪੀਟੀਸ਼ਨਾਂ ਦਾ ਜਿਹੜਾ ਜੱਜ ਹੁੰਦਾ ਹੈ ਉਹ ਨਵਜੋਤ ਸਿੰਘ ਸਿੱਧੂ ਹੁੰਦਾ ਹੈ ਜੀ। ਔਰ ਅਖੀਰ ਇੱਕ ਸਮਾਂ ਉਹ ਆਉਂਦਾ ਹੈ ਜਦੋਂ ਉਹ ਮੁੰਡਾ ਇਹ ਚਾਹੁੰਦਾ ਕਿ ਜਿਹੜੀ ਮੈਂ ਕਮੇਡੀ ਕਰਦਾ, ਕਮੇਡੀ ਨਹੀਂ ਠੀਕ, ਕਿਸੇ ਨਾ ਕਿਸੇ ਤਰੀਕੇ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰੀਏ। ਅਤੇ ਫਿਰ ਤੁਹਾਨੂੰ ਪਤਾ 2011-12 ਦੇ ਵਿੱਚ ਆਮ ਆਦਮੀ ਪਾਰਟੀ ਜਿਵੇਂ ਹੁਣ ਬਣੀ ਵੀ ਹੈ, 2011-12 ਦੇ ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਜੀ। ਔਰ ਬੰਦਾ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦਿੰਦਾ ਹੈ ਅਤੇ ਫਿਰ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮਿਲ ਕੇ ਪੀਪਲਜ਼ ਪਾਰਟੀ ਵੱਲੋਂ 2012 ਦੇ ਵਿੱਚ ਉਹ ਪਹਿਲੀ ਚੋਣ ਲੜਦਾ, ਕਿੱਥੋਂ? ਲਹਿਰਾ ਗਾਗਾ ਤੋਂ ਜੀ। ਬੀਬੀ ਰਜਿੰਦਰ ਕੌਰ ਭੱਠਲ ਦੇ ਖਿਲਾਫ, ਪਰ ਉਹਨੂੰ ਜਿੱਤ ਨਸੀਬ ਨਹੀਂ ਹੁੰਦੀ। ਉਹਦੇ ਤੋਂ ਲੈ ਕੇ ਫਿਰ ਉਹ 2014 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦਾ ਅਤੇ ਉਹ ਬੰਦੇ ਨੂੰ ਟਿਕਟ ਮਿਲਦੀ ਹੈ ਸੰਗਰੂਰ ਤੋਂ। ਸੰਗਰੂਰ ਤੋਂ ਅਕਾਲੀ ਦਲ ਦੇ ਬਹੁਤ ਵੱਡੇ ਥੰਮ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਉਣ ਦੇ ਵਿੱਚ ਬੰਦਾ ਕਾਮਯਾਬ ਹੋ ਜਾਂਦਾ ਹੈ ਜੀ। ਔਰ ਉਹ ਕਾਮਯਾਬੀ ਜਿਹੜੀ ਫਿਰ ਉਹਦੀ ਲਗਾਤਾਰ ਬਰਕਰਾਰ ਰਹਿੰਦੀ ਹੈ। 2017 ਦੇ ਵਿੱਚ ਭਾਵੇਂ ਉਹ ਇਲੈਕਸ਼ਨ ਵੀ ਲੜਦਾ ਹੈ, ਵਿਧਾਨ ਸਭਾ ਲੜਾਉਂਦਾ ਆਪਦੀ ਪਾਰਟੀ ਨੂੰ, ਔਰ ਖੁਦ ਉਹ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਦਾ, ਲੇਕਿਨ ਹਾਰ ਜਾਂਦਾ ਹੈ, ਸਫਲਤਾ ਨਹੀਂ ਮਿਲਦੀ, ਲੇਕਿਨ ਮੁਕਾਬਲਾ ਬੜਾ ਦਿਲਚਸਪ ਬਣ ਜਾਂਦਾ ਹੈ। ਚਲੋ 2019 'ਚ ਦੁਬਾਰਾ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਅਤੇ ਉਹ ਬੰਦਾ ਫਿਰ ਪਾਰਲੀਮੈਂਟ ਦਾ ਮੈਂਬਰ ਬਣ ਜਾਂਦਾ ਹੈ। ਐਤਕੀ ਇਹ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣਾਊਗੀ,
ਇੱਛਾ ਉਹਦੀ ਵੀ ਸੀ ਕਿ ਮੈਂ ਆਪਣੀ ਸਰਕਾਰ ਦੀ ਅਗਵਾਈ ਕਰਾਂ, ਲੇਕਿਨ ਹਿਚਕਚਾਹਟ ਕਰਦਿਆਂ ਅਲਟੀਮੇਟਲੀ ਉਹਨੂੰ ਇੱਕ ਚਿਹਰੇ ਦੇ ਰੂਪ ਦੇ ਵਿੱਚ, ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਦੇ ਵਿੱਚ ਪੇਸ਼ ਕਰਤਾ ਕੇਜਰੀਵਾਲ ਸਾਹਿਬ ਨੇ। ਅਤੇ ਹੁਣ ਜਿਹੜੀਆਂ ਚੋਣਾਂ ਹੋਈਆਂ, ਉਹਦੀ ਅਗਵਾਈ ਦੇ ਵਿੱਚ ਚੋਣਾਂ ਹੋਈਆਂ, ਤੁਸੀਂ ਇਹ ਦੇਖੋ ਕਿ 117 ਦੇ ਵਿੱਚੋਂ 92 ਸੀਟਾਂ ਜਿਹੜੀਆਂ ਉਹ ਲੈ ਕੇ ਜਾਂਦੀ ਹੈ ਆਮ ਆਦਮੀ ਪਾਰਟੀ ਜੀ। ਔਰ ਇਹ ਜਿਹੜਾ ਹੈਗਾ ਇੱਕ ਰਿਕਾਰਡ ਹੈ। ਜਿੱਦੇ ਤੋਂ ਚੋਣਾਂ ਹੋਣ ਲੱਗੀਆਂ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਪਾਰਟੀ ਨੇ ਇੰਨੀਆਂ ਸੀਟਾਂ ਨਹੀਂ ਲਗੀਆਂ ਜਿੰਨੀਆਂ ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਲੈ ਗਏ। ਅੱਜ ਭਗਵੰਤ ਸਿੰਘ ਮਾਨ ਦਿੱਲੀ ਗਿਆ ਮਿਲਣ ਵਾਸਤੇ ਆਪਣੇ ਲੀਡਰ ਕੇਜਰੀਵਾਲ ਸਾਹਿਬ ਨੂੰ। ਅਗਲੇ ਦਿਨਾਂ ਦੇ ਵਿੱਚ ਖਟਕੜ ਕਲਾਂ ਕਹਿੰਦੇ ਜੀ ਉਹਨਾਂ ਨੇ ਸਹੁੰ ਚੁੱਕਣੀ ਹੈ। ਮੇਰੇ ਖਿਆਲ 16 ਤਾਰੀਖ ਤੈਅ ਹੋ ਗਈ ਹੈ ਜੀ, 16 ਮਾਰਚ ਨੂੰ, ਔਰ ਉਹ ਬੰਦਾ ਮੁੱਖ ਮੰਤਰੀ ਬਣੂਗਾ। ਕੱਲ੍ਹ ਉਹਨੇ ਭਗਵੰਤ ਸਿੰਘ ਮਾਨ ਨੇ ਗਵਰਨਰ ਸਾਹਿਬ ਨੂੰ ਮਿਲਣਾ ਹੈ ਔਰ ਗਵਰਨਰ ਸਾਹਿਬ ਤੋਂ ਵਕਤ ਲੈਣਾ ਹੈ, ਦਾਅਵਾ ਵੀ ਪੇਸ਼ ਕਰਨਾ ਹੈ। ਫਿਰ ਜੋ ਦਾਅਵਾ ਪੇਸ਼ ਕਰਨਗੇ ਗਵਰਨਰ ਸਾਹਿਬ ਉਹਨਾਂ ਨੂੰ ਸੱਦਾ ਦੇਣਗੇ ਕਿ ਜਾਓ ਜੀ ਮਾਨ ਸਾਹਿਬ ਤੁਸੀਂ ਆਪਣਾ ਓਥ ਗ੍ਰਹਿਣ ਕਰੋ, ਅਤੇ ਫਿਰ ਉਹ ਓਥ ਗ੍ਰਹਿਣ ਕਰਨ ਵਾਸਤੇ ਜਾਣਗੇ। ਗਵਰਨਰ ਸਾਹਿਬ ਓਥ ਚੁਕਾਉਣਗੇ ਉਹਨਾਂ ਨੂੰ, ਵਿਧੀਵਤ ਮੁੱਖ ਮੰਤਰੀ ਤਾਂ ਬਣਨਗੇ ਉਹ ਉਹਦੇ ਜਿੱਦਾਂ ਸਹੁੰ ਚੁੱਕ ਲਈ। ਲੇਕਿਨ ਹੁਣ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਡੈਜ਼ੀਗਨੇਟਡ, ਜਿਹਨੂੰ ਨਾਮਜ਼ਦ ਕੀਤਾ ਹੋਇਆ ਉਹਦੀ ਪਾਰਟੀ ਨੇ ਅਧਿਕਾਰਤ ਕੀਤਾ ਹੋਇਆ। ਮੇਰਾ ਖਿਆਲ ਸ਼ਾਇਦ ਅੱਜ ਮੀਟਿੰਗ ਵੀ ਵਿਧਾਇਕਾਂ ਦੀ ਹੋ ਰਹੀ ਹੈ, ਉਹਨਾਂ ਦੇ ਵਿੱਚ ਉਹਨਾਂ ਨੇ ਸ਼ਾਇਦ ਉਹਨੂੰ ਲੀਡਰ ਵੀ ਚੁਣੀ ਲੈਣੇ, ਅੱਜ ਨਹੀਂ ਤਾਂ ਕੱਲ੍ਹ ਹੋ ਜੂਗੀ। ਔਰ ਭਗਵੰਤ ਸਿੰਘ ਮਾਨ ਅਗਲੇ ਚੀਫ ਮਿਨਿਸਟਰ ਜਿਹੜੇ ਬਣਨਗੇ। ਇੱਕ ਜੁਗਨੂ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ ਹੈ ਜਿਹੜਾ ਭਗਵੰਤ ਸਿੰਘ ਮਾਨ ਦਾ, ਇਹ ਬੜਾ ਦਿਲਚਸਪ ਹੈ ਜੀ। ਜੀ ਬਖਤੌਰ ਸਿੰਘ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਲੈਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਜਾਰੀ ਰਹੂਗਾ ਪ੍ਰੋਗਰਾਮ ਸ਼ਮਾਦਾਨ।